ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨਿਤ ਸਿੱਖਾਂ ਦਾ ਕਲਿਆਣ ਕਰਦੇ ਸਨ। ਮੁਕਤੀ ਹਿੱਤ ਨਾਮਦਾਨ ਦਿੰਦੇ ਸਨ। ਉਹ ਜਗਤ ਵਿੱਚ ਜ਼ਾਹਰਾ ਜੋਤ ਸਨ। ਪੁੰਨ ਰੂਪ ਤੀਰਥ ਗੁਰੂ ਜੀ ਦੇ ਦਰਸ਼ਨ ਅਭਿਜਿਤ ਨਛੱਤਰ ਦੇ ਪੁਰਬ ਸਮਾਨ ਹਨ। ਇਸ ਗੁਰ ਤੀਰਥ ਵਿੱਚ ਜਿਹੜੇ ਪ੍ਰੇਮੀ ਅਤੇ ਭਗਤ ਇਸ਼ਨਾਨ ਕਰਦੇ ਹਨ, ਉਹਨਾਂ ਦੇ ਜਨਮ ਮਰਨ ਕੱਟੇ ਜਾਂਦੇ ਹਨ। ਨਿਰਮਲ ਗਿਆਨ ਰੂਪੀ ਜਿੱਥੇ ਸ੍ਰੇਸ਼ਟ ਜਲ ਹੈ, ਜੋਗ ਵਿਰਾਗ ਰੂਪੀ ਉਸ ਦੇ ਬੜੇ ਸੁਖਦਾਇਕ ਕਿਨਾਰੇ ਹਨ। ਸਿੱਖ ਸੰਗਤ ਜਲ ਦੇ ਅਨੇਕਾਂ ਜੀਵਾਂ ਵਾਂਗ ਹੈ। ਮਨ ਦਾ ਰੋਕਣਾ, ਸਵਾਸਾਂ ਦਾ ਰੋਕਣਾ, ਸੱਚ, ਸੰਤੋਖ ਅਤੇ ਵਿਚਾਰ, ਸੁੱਚ, ਸੰਜਮ, ਇਸ਼ਨਾਨ ਅਤੇ ਧਿਆਨ, ਇਹ ਸਾਰੇ ਕੰਵਲ ਫੁੱਲ ਵਾਂਗ ਕਈ ਪ੍ਰਕਾਰ ਖਿੜੇ ਹਨ। ਕਲਯੁਗ ਦੇ ਸਮੇਂ ਦੇ ਮਲੀਨ ਜੀਵਾਂ ਦੇ ਪਾਪਾਂ ਨੂੰ ਦਰਸ਼ਨ ਰੂਪ ਇਸ਼ਨਾਨ ਨਾਸ਼ ਕਰਦੇ ਹਨ। ਜਿਸ ਵਿੱਚ ਸੀਤਲਤਾ ਰੂਪੀ ਮੁਕਤੀ ਹੈ, ਉਹ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਐਸਾ ਸਤਿਗੁਰੂ ਰੂਪੀ ਪਵਿੱਤਰ ਤੀਰਥ ਹੈ। ਪਵਿੱਤਰ ਤੀਰਥ ਰੂਪੀ ਸਤਿਗੁਰੂ ਜੀ ਨੇ ਪ੍ਰਿਥਵੀ ਦੇ ਤੀਰਥਾਂ ਨੂੰ ਪਵਿੱਤਰ ਕਰਨ ਲਈ ਤੀਰਥਾਂ 'ਤੇ ਜਾਣ ਲਈ ਇੱਛਾ ਕੀਤੀ। ਗੁਰੂ ਜੀ ਤੀਰਥਾਂ ਨੂੰ ਪਵਿੱਤਰਤਾ ਕਰਦੇ ਹੀ ਸਨ, ਨਾਲ ਨਾਲ ਤੀਰਥ ਯਾਤਰੂਆਂ ਦਾ ਉਧਾਰ ਵੀ ਕਰਦੇ ਸਨ। ਗੰਗਾ ਆਦਿ ਜਿਹੜੇ ਵੀ ਤੀਰਥ ਹਨ, ਉਹਨਾਂ ਤੀਰਥਾਂ ਵਿੱਚ ਕਲਯੁਗ ਦੇ ਮਨੁੱਖ ਇਸ਼ਨਾਨ ਕਰਦੇ ਹਨ। ਅਣਗਿਣਤ ਪਾਪਾਂ ਨੂੰ ਉਹਨਾਂ ਤੀਰਥਾਂ ਵਿੱਚ ਛੱਡ ਦਿੰਦੇ ਹਨ। ਉਹ ਤੀਰਥ ਸਥਾਨ ਮਨੁੱਖਾਂ ਦੇ ਛੱਡੇ ਹੋਏ ਪਾਪਾਂ ਦਾ ਭਾਰ ਨਹੀਂ ਬਰਦਾਸ਼ਤ ਕਰ ਸਕਦੇ। ਇਸ ਕਰਕੇ ਗੰਗਾ ਆਦਿ ਤੀਰਥਾਂ ਨੇ ਸਤਿਗੁਰੂ ਜੀ ਦੀ ਆਰਾਧਨਾ ਕੀਤੀ। ਆ ਕੇ ਆਪਣੇ ਚਰਨ ਪਾ ਕੇ ਸਾਡੀ ਪੀੜਾ ਦੂਰ ਕਰੋ। ਅਸੀਂ ਲੋਕਾਂ ਦੇ ਪਾਪਾਂ ਦਾ ਭਾਰ ਚੁੱਕ ਕੇ ਨਿਤ ਦੁਖੀ ਰਹਿੰਦੇ ਹਾਂ। ਲੋਕ ਪਾਪ ਕਰ ਕਰਕੇ ਸਾਡੇ ਵਿੱਚ ਆ ਕੇ ਪਾਪਾਂ ਨੂੰ ਧੋਂਦੇ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 1263 ਤੇ ਚੌਥੇ ਪਾਤਸ਼ਾਹ ਨੇ ਇੱਕ ਸ਼ਬਦ ਦਾ ਵੀ ਉਚਾਰਨ ਕੀਤਾ ਹੈ। ਗੰਗਾ ਜਮਨਾ ਗੋਦਾਵਰੀ ਸਰਸੁਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਕਿਲ ਵਿਖ ਮੈਲ ਭਰੇ ਪਰੇ ਹਮਰੈ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਗੰਗਾ ਜਮਨਾ ਗੋਦਾਵਰੀ ਸਰਸਵਤੀ ਆਦਿਕ ਪਵਿੱਤਰ ਨਦੀਆਂ, ਇਹ ਸਾਰੀਆਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਨ ਲਈ ਯਤਨ ਕਰਦੀਆਂ ਰਹਿੰਦੀਆਂ ਹਨ। ਇਹ ਨਦੀਆਂ ਆਖਦੀਆਂ ਹਨ ਕਿ ਅਨੇਕਾਂ ਵਿਕਾਰਾਂ ਦੀ ਮੈਲ ਨਾਲ ਲਿਬੜੇ ਹੋਏ ਜੀਵ ਸਾਡੇ ਵਿੱਚ ਆ ਕੇ ਚੁੱਭੀਆਂ ਲਾਉਂਦੇ ਹਨ। ਉਹ ਆਪਣੀ ਮੈਲ ਸਾਨੂੰ ਦੇ ਜਾਂਦੇ ਹਨ। ਸਾਡੀ ਉਹ ਮੈਲ ਸੰਤ ਜਨਾਂ ਦੇ ਚਰਨਾਂ ਦੀ ਧੂੜ ਦੂਰ ਕਰਦੀ ਹੈ। ਇਸ ਕਰਕੇ ਗੰਗਾ ਆਦਿ ਤੀਰਥਾਂ ਨੇ ਸਤਿਗੁਰੂ ਜੀ ਦੀ ਆਰਾਧਨਾ ਕੀਤੀ। ਆ ਕੇ ਆਪਣੇ ਚਰਨ ਪਾ ਕੇ ਸਾਡੀ ਪੀੜਾ ਦੂਰ ਕਰੋ। ਅਸੀਂ ਲੋਕਾਂ ਦੇ ਪਾਪਾਂ ਦਾ ਭਾਰ ਚੁੱਕ ਕੇ ਨਿਤ ਦੁਖੀ ਰਹਿੰਦੇ ਹਾਂ। ਲੋਕ ਪਾਪ ਕਰ ਕਰਕੇ ਸਾਡੇ ਵਿੱਚ ਆ ਕੇ ਪਾਪਾਂ ਨੂੰ ਧੋਂਦੇ ਹਨ। ਹੇ ਸਤਿਗੁਰੂ ਜੀ, ਤੁਹਾਡੇ ਚਰਨ ਪਵਿੱਤਰ ਹਨ। ਜਦ ਸਾਡੇ ਵਿੱਚ ਚਰਨ ਧਰੋਗੇ ਤਾਂ ਅਸੀਂ ਤੁਰੰਤ ਹੀ ਸਾਰੇ ਸੁਖੀ ਹੋ ਜਾਵਾਂਗੇ। ਇਸ ਕਰਕੇ ਕਿਰਪਾ ਧਾਰ ਕੇ ਛੇਤੀ ਆਓ। ਸਾਰੇ ਤੀਰਥਾਂ ਦਾ ਮਨੋਰਥ ਸਮਝ ਕੇ ਸੰਗਤ ਨੂੰ ਆਪਣੇ ਨਾਲ ਲੈ ਕੇ ਤਿਆਰ ਹੋ ਗਏ। ਜਿਸ ਜਿਸ ਪਿੰਡ ਵਿੱਚ ਜਿੱਥੇ ਜਿੱਥੇ ਵੀ ਸਿੱਖ ਰਹਿੰਦੇ ਸਨ, ਜਦ ਉਹਨਾਂ ਨੇ ਸੁੱਖਾਂ ਦੇ ਘਰ ਭਾਵ ਗੁਰੂ ਜੀ ਦੀ ਯਾਤਰਾ ਬਾਰੇ ਸੁਣਿਆ, ਉੱਥੇ ਉੱਥੇ ਹੀ ਤਿਆਰ ਹੋ ਕੇ ਚੱਲ ਪਏ ਤੇ ਆ ਕੇ ਸਤਿਗੁਰੂ ਜੀ ਨੂੰ ਮਿਲ ਪਏ। ਗੁਰੂ ਘਰ ਦੇ ਜਿੰਨੇ ਵੀ ਸਕੇ ਸੰਬੰਧੀ ਸਨ, ਉਹ ਸਾਰੇ ਵੀ ਯਾਤਰਾ 'ਤੇ ਜਾਣ ਵਾਸਤੇ ਤਿਆਰ ਹੋ ਗਏ। ਸਤ ਸੰਗਤ ਵਿੱਚ ਮਿਲ ਕੇ ਹਰੀ ਦੇ ਨਾਮ ਦਾ ਸਿਮਰਨ ਕਰਦੇ ਸਨ ਅਤੇ ਸੁੰਦਰ ਧੁਨੀ ਵਿੱਚ ਕੀਰਤਨ ਹੋ ਰਿਹਾ ਸੀ। ਗੋਇੰਦਵਾਲ ਛੱਡ ਕੇ ਚੱਲ ਪਏ। ਹੌਲੀ ਹੌਲੀ ਰਾਹ ਵਿੱਚ ਬਹੁਤ ਸਿੱਖ ਸੰਗਤਾਂ ਮਿਲਦੀਆਂ ਗਈਆਂ। ਇੱਕ ਤਾਂ ਸਦਾ ਹੀ ਗੁਰੂ ਜੀ ਦੇ ਦਰਸ਼ਨ ਕਰਦੇ ਸਨ, ਦੂਸਰਾ ਕੀਰਤਨ ਸੁਣ ਕੇ ਪਾਪਾਂ ਨੂੰ ਦੂਰ ਕਰ ਰਹੇ ਸਨ। ਤੀਸਰਾ ਤੁਰਕਾਂ ਵੱਲੋਂ ਜਿਹੜਾ ਹਿੰਦੂਆਂ ਤੇ ਤੀਰਥਾਂ 'ਤੇ ਜਾਣ ਦਾ ਜਜ਼ੀਆ ਲੱਗਦਾ ਸੀ,
ਉਹ ਜਜੀਆ ਸਿੱਖ ਸੰਗਤ 'ਤੇ ਨਾ ਲੱਗਿਆ, ਜਿਸ ਕਾਰਨ ਸਾਰਿਆਂ ਨੇ ਸੁੱਖ ਅਨੁਭਵ ਕੀਤਾ। ਇਸ ਕਰਕੇ ਵੱਡੇ ਭਾਗਾਂ ਵਾਲੇ ਗੁਰੂ ਜੀ ਨਾਲ ਆ ਕੇ ਮਿਲਦੇ ਸਨ। ਪ੍ਰੇਮ ਦੇ ਰਸ ਵਿੱਚ ਭਿੱਜੇ ਹੋਏ ਚਲੇ ਜਾ ਰਹੇ ਸਨ। ਸਾਰੇ ਬਿਆਸਾ ਦਰਿਆ ਲੰਘ ਕੇ ਦੁਆਬੇ ਦੇਸ਼ ਵਿੱਚ ਚਲੇ ਗਏ। ਹੌਲੀ ਹੌਲੀ ਸਾਰੇ ਸਫ਼ਰ ਮੁਕਾਉਂਦੇ ਜਾਂਦੇ ਸਨ। ਫਿਰ ਜਾ ਕੇ ਸਤਲੁਜ ਦਰਿਆ ਨੂੰ ਜਾ ਵੇਖਿਆ। ਉਸ ਦਾ ਜਲ ਬੜਾ ਗੰਭੀਰ ਸੀ। ਸਾਰੀ ਸੰਗਤ ਨੇ ਉਸ ਵਿੱਚ ਇਸ਼ਨਾਨ ਕੀਤਾ। ਬੇੜੀਆਂ 'ਤੇ ਚੜ੍ਹ ਕੇ ਦਰਿਆ ਪਾਰ ਕਰ ਗਏ। ਫਿਰ ਸਤਿਗੁਰੂ ਜੀ ਅੱਗੇ ਚਲੇ ਗਏ। ਕਦੇ ਘੋੜੀ 'ਤੇ ਚੜ੍ਹ ਕੇ ਸਫ਼ਰ ਕਰਦੇ ਸਨ ਅਤੇ ਕਦੇ ਪਾਲਕੀ ਵਿੱਚ ਬੈਠ ਕੇ ਜਾਂਦੇ ਸਨ। ਦਾੜੀ ਸਫੇਦ ਹੈ ਅਤੇ ਸਰੀਰ ਬਹੁਤ ਬਿਰਧ ਹੈ। ਸਰੀਰ ਉੱਤੇ ਬਹੁਤ ਸਫੇਦ ਕੱਪੜੇ ਪਹਿਨੇ ਹੋਏ ਹਨ। ਸ੍ਰੇਸ਼ਟ ਜਸ ਵੀ ਸਫੇਦ ਹੈ, ਜਿਹੜਾ ਸਾਰੇ ਵਿਸ਼ਾਲ ਰੂਪ ਵਿੱਚ ਫੈਲਿਆ ਹੋਇਆ ਹੈ ਅਤੇ ਉਹਨਾਂ ਦਾ ਮਨ ਹਰ ਸਮੇਂ ਸਫੇਦ ਮੈਲ ਰਹਿਤ ਹੀ ਰਹਿੰਦਾ ਹੈ। ਹੱਥ ਸੋਟੀ ਫੜੀ ਹੈ। ਉਹਨਾਂ ਦਾ ਕੱਦ ਛੋਟਾ ਹੈ, ਮਾਨੋ ਵਾਮਨ ਅਵਤਾਰ ਦੇ ਸਮਾਨ ਹਨ। ਵਿਸ਼ਨੂੰ ਦਾ 5ਵਾਂ ਅਵਤਾਰ ਵਾਮਨ ਸੀ, ਜੋ ਬਹੁਤ ਮਧਰੇ ਕੱਦ ਦਾ ਸੀ। ਇਸ ਕਰਕੇ ਕਵੀ ਜੀ ਗੁਰੂ ਅਮਰਦਾਸ ਜੀ ਦੀ ਤੁਲਨਾ ਵਾਮਨ ਅਵਤਾਰ ਨਾਲ ਕਰਦੇ ਹਨ। ਬਹੁਤ ਵੱਡੀ ਸ਼ਕਤੀ ਧਾਰਨ ਕਰਕੇ ਗੁਰੂ ਜੀ ਹੌਲੀ ਹੌਲੀ ਸਭ ਥਾਈਂ ਗਏ। ਗੁਰੂ ਜੀ ਪੇਹੋਵੇ ਤੀਰਥ ਸਥਾਨ 'ਤੇ ਪਹੁੰਚ ਗਏ। ਪੇਹੋਵਾ ਇੱਕ ਸਨਾਤਨ ਤੀਰਥ ਹੈ ਅਤੇ ਅੰਬਾਲੇ ਦੇ ਨੇੜੇ ਹੈ, ਜਿੱਥੇ ਮਹਾਪਵਿੱਤਰ ਸਰਸਵਤੀ ਨਦੀ ਵਗਦੀ ਹੈ। ਇਸ ਦੇ ਘਾਟ 'ਤੇ ਅਨੇਕਾਂ ਰਿਸ਼ੀਆਂ ਨੇ ਤਪ ਕੀਤੇ ਹਨ ਅਤੇ ਹਜ਼ਾਰਾਂ ਸਾਲ ਜਾਪਾਂ ਨੂੰ ਜਪਿਆ ਹੈ। ਜਿਹੜਾ ਵੀ ਇਸ ਤੀਰਥ 'ਤੇ ਇਸ਼ਨਾਨ ਕਰਦਾ ਹੈ, ਉਹ ਬੈਕੁੰਠ ਨੂੰ ਪ੍ਰਾਪਤ ਹੁੰਦਾ ਹੈ ਅਤੇ ਉਸਦੇ ਜਨਮ ਮਰਨ ਦੇ ਦੁੱਖ ਦੂਰ ਹੋ ਜਾਂਦੇ ਹਨ। ਉੱਥੇ ਸਤਿਗੁਰੂ ਜੀ ਨੇ ਜਾ ਕੇ ਡੇਰਾ ਲਾ ਲਿਆ। ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਸਮੂਹ ਸੀ। ਸਰਸਵਤੀ ਨਦੀ ਦੇ ਬਹੁਤ ਘਾਟਾਂ ਨੂੰ ਵੇਖ ਕੇ ਸਿੱਖਾਂ ਨੇ ਹੱਥ ਜੋੜ ਕੇ ਗੁਰੂ ਜੀ ਪਾਸ ਪ੍ਰਸ਼ਨ ਕੀਤਾ। ਸਰਸਵਤੀ ਨਦੀ ਇੱਕ ਪਵਿੱਤਰ ਨਦੀ ਹੈ। ਇਸ ਦੇ ਸਾਰੇ ਘਾਟਾਂ ਦਾ ਸਾਨੂੰ ਮਹਾਤਮ ਦੱਸੋ। ਹੇ ਗੁਰੂ ਜੀ, ਜਿਸ ਕਾਰਨ ਇਹ ਅਸਥਾਨ ਪਵਿੱਤਰ ਮੰਨੇ ਜਾਂਦੇ ਹਨ, ਸਾਨੂੰ ਦੱਸੋ, ਕਿਉਂਕਿ ਤੁਸੀਂ ਭੂਤ ਅਤੇ ਭਵਿੱਖ ਕਾਲ ਦੀ ਸਭ ਗਤੀ ਜਾਣਦੇ ਹੋ। ਸੁੱਖਾਂ ਦੇ ਦਾਤੇ ਜੀ, ਸਾਰੀ ਸੰਗਤ ਨੂੰ ਇਹ ਸੰਦੇਹ ਹੈ, ਕਿਰਪਾ ਕਰਕੇ ਆਪਣੇ ਮੁਖ ਤੋਂ ਉਚਾਰਨ ਕਰੋ। ਸਿੱਖਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ, ਇਹਨਾਂ ਸਥਾਨਾਂ ਨੂੰ ਅਤ ਪਵਿੱਤਰ ਸਮਝੋ। ਪਹਿਲੇ ਯੁਗਾਂ ਵਿੱਚ ਸਾਰੇ ਜੀਵ ਸਮਰੱਥ ਹੁੰਦੇ ਸਨ। ਉਹ ਸਰੀਰ 'ਤੇ ਹਰ ਪ੍ਰਕਾਰ ਦੇ ਸੰਕਟ ਸਹਿ ਲੈਂਦੇ ਸਨ। ਗੁਰੂ ਜੀ ਤੀਰਥ ਇਸ਼ਨਾਨ ਦੇ ਹੱਕ ਵਿੱਚ ਨਹੀਂ ਸਨ। ਉਹਨਾਂ ਨੇ ਆਪ ਲਿਖਿਆ ਹੈ, ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ 100 ਤੀਰਥ ਨਾਏ। ਭਾਵ ਹਉਮੈ ਦੀ ਮੈਲ ਕਿਸੇ ਤਰ੍ਹਾਂ ਵੀ ਧੋਣ ਨਾਲ ਦੂਰ ਨਹੀਂ ਹੁੰਦੀ। ਭਾਵੇਂ ਮਨੁੱਖ ਸੈਂਕੜੇ ਤੀਰਥ ਸਥਾਨਾਂ 'ਤੇ ਇਸ਼ਨਾਨ ਕਰਦਾ ਫਿਰੇ। ਅਸੀਂ ਬਾਹਰੋਂ ਵੀ ਇਸ਼ਨਾਨ ਕਰਨਾ ਹੈ ਅਤੇ ਆਪਣੇ ਮਨ ਦੀ ਮੈਲ ਦੂਰ ਕਰਕੇ ਅੰਦਰੋਂ ਵੀ ਇਸ਼ਨਾਨ ਕਰਨਾ ਹੈ। ਵਿਸ਼ਵਾਮਿੱਤਰ ਆਦਿ ਜਿਹੜੇ ਵੱਡੇ ਵੱਡੇ ਰਿਖੀ ਹੋਏ ਹਨ, ਉਹਨਾਂ ਨੇ ਇੱਥੇ ਆ ਕੇ ਤਪ ਕੀਤੇ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਇੱਕ ਸਮੇਂ ਦੱਖਣ ਦੇ ਮੁਨੀਆਂ ਦਾ ਇੱਕ ਸਮੂਹ ਮਨ ਵਿੱਚ ਤਪ ਸਾਧਨ ਦੀ ਚਾਹਤ ਲੈ ਕੇ ਇੱਥੇ ਆ ਗਿਆ। ਉਹ 48 ਕੋਹ ਵਿੱਚ ਫਿਰਦੇ ਰਹੇ, ਪਰ ਬੈਠਣ ਵਾਸਤੇ ਕਿਤੇ ਵੀ ਸਥਾਨ ਨਾ ਵੇਖਿਆ। ਤਪਸਵੀਆਂ ਦੀ ਬਹੁਤ ਵੱਡੀ ਭੀੜ ਹੋ ਗਈ। ਜਿੱਥੇ ਕਿੱਥੇ ਘਾਲਣਾ ਘਾਲ ਰਹੇ ਸਨ। ਜਦ ਕਿਤੇ ਵੀ ਬੈਠਣ ਯੋਗ ਥਾਂ ਨਾ ਪਾਇਆ ਤਾਂ ਸਰਸਵਤੀ ਦੇਵੀ ਨੂੰ ਧਿਆਇਆ। ਫਿਰ ਸਰਸਵਤੀ ਨੇ ਪ੍ਰਗਟ ਹੋ ਕੇ ਮੁਨੀਆਂ ਦੇ ਸਮੂਹ ਨੂੰ ਕਿਹਾ, ਤੁਸੀਂ ਕੀ ਚਾਹੁੰਦੇ ਹੋ? ਨਿਸ਼ੰਕ ਹੋ। ਤਿੰਨਾਂ ਚਤੁਰ ਮੁਨੀਆਂ ਨੇ ਮੰਗ ਕੀਤੀ, ਹੇ ਦੇਵੀ, ਸਾਨੂੰ ਬੈਠਣ ਵਾਸਤੇ ਥਾਂ ਦਿਓ। ਤਦ ਇਹ ਨਦੀ ਮੁਨੀਆਂ ਵਾਸਤੇ 2 ਕੋਹ ਆਪਣੇ ਵੇਗ ਸਮੇਤ ਪਿੱਛੇ ਹਟ ਗਈ। ਉਹਨਾਂ ਮੁਨੀਆਂ ਨੂੰ ਬੈਠਣ ਵਾਸਤੇ ਥਾਂ ਦੇ ਦਿੱਤੀ। ਸਾਰੇ ਮੁਨੀ ਬੈਠ ਗਏ ਅਤੇ ਭਲਾ ਤਪ ਕਰਨ ਲੱਗ ਗਏ। ਜਿਸ ਤਰ੍ਹਾਂ ਘਾਲਣਾ ਘਾਲ ਕੇ ਉਹਨਾਂ ਨੇ ਤਪ ਕੀਤਾ, ਉਸ ਵਿਸ਼ਾਲ ਤਪ ਦੀ ਕੌਣ ਗਿਣਤੀ ਕਰ ਸਕਦਾ ਹੈ। ਸਾਰਿਆਂ ਦੀ ਕਥਾ ਕਿੱਥੋਂ ਤੱਕ ਕਹੀਏ। ਇੱਕ ਮੁਨੀ ਦੀ ਕਥਾ ਸੁਣ ਲਓ ਜਿਵੇਂ ਹੋਈ। ਇਸ ਪੇਹੋਵੇ ਤੋਂ 3 ਕੋਹ ਦੂਰ ਇੱਕ ਦੋਸ਼ ਰਹਿਤ ਮੰਕਣ ਨਾਮੀ ਮੁਨੀ ਰਹਿੰਦਾ ਸੀ। ਉਸਨੇ ਮਹਾਨ ਔਖੇ ਤਪ ਦੀ ਘਾਲਣਾ ਸਰਸਵਤੀ ਨਦੀ ਦੇ ਪ੍ਰਵਾਹ ਦੇ ਕਿਨਾਰੇ 'ਤੇ ਬੈਠ ਕੇ ਕੀਤੀ। ਉਸਨੇ ਕਠਨ ਤੋਂ ਕਠਨ
ਭੁੱਖ ਪਿਆਸ ਨੂੰ ਬਰਦਾਸ਼ਤ ਕੀਤਾ, ਵਰਖਾ, ਠੰਡ ਅਤੇ ਗਰਮੀ ਨੂੰ ਸਰੀਰ 'ਤੇ ਝੱਲਿਆ। ਬਹੁਤ ਸਾਲਾਂ ਤੱਕ ਐਸੇ ਤਪ ਦੀ ਸਾਧਨਾ ਕੀਤੀ, ਸਭ ਤੋਂ ਉੱਤਮ ਪਦ ਪ੍ਰਾਪਤ ਕਰਨ ਦੀ ਆਰਾਧਨਾ ਕੀਤੀ। ਇੱਕ ਦਿਨ ਕਿਸੇ ਤਰ੍ਹਾਂ ਉਂਗਲੀ ਨੂੰ ਚੀਰ ਆ ਗਿਆ। ਉਸ ਸ੍ਰੇਸ਼ਟ ਰਿਸ਼ੀ ਦੀ ਉਂਗਲੀ ਵਿੱਚੋਂ ਲਹੂ ਨਾ ਨਿਕਲਿਆ। ਜਿਵੇਂ ਹਰੇ ਪੱਤੇ ਵਿੱਚੋਂ ਰਸ ਨਿਕਲਦਾ ਹੈ, ਅਜਿਹਾ ਰਸ ਉਸ ਦੀ ਉਂਗਲੀ ਵਿੱਚੋਂ ਨਿਕਲਿਆ। ਉਸ ਨੂੰ ਵੇਖ ਕੇ ਮੁਨੀ ਬਹੁਤ ਪ੍ਰਸੰਨ ਹੋਇਆ। ਸੋਚਣ ਲੱਗਾ, ਐਸਾ ਮਹਾਨ ਮੈਂ ਤਪ ਕੀਤਾ ਹੈ ਜਿਸ ਕਾਰਨ ਮੇਰੇ ਸਰੀਰ ਵਿੱਚ ਖੂਨ ਚੱਲਣਾ ਵੀ ਬੰਦ ਹੋ ਗਿਆ। ਜਿਵੇਂ ਹਰੇ ਪੱਤੇ ਦਾ ਰਸ ਹੋਵੇ, ਮੇਰੇ ਸਰੀਰ ਵਿੱਚ ਅਜਿਹਾ ਖੂਨ ਹੋ ਗਿਆ ਹੈ। ਇਸ ਤਰ੍ਹਾਂ ਮਨ ਵਿੱਚ ਜਾਣ ਕੇ ਉਤਸ਼ਾਹ ਨਾਲ ਭਰ ਗਿਆ। ਮੈਂ ਐਸਾ ਮਹਾਨ ਤਪ ਕੀਤਾ ਹੈ ਕਿ ਮੈਂ ਧਨ ਹੋ ਗਿਆ ਹਾਂ। ਪ੍ਰਸੰਨ ਹੋ ਕੇ ਉੱਠ ਕੇ ਨੱਚਣ ਲੱਗਾ। ਬਾਹਾਂ ਉੱਚੀਆਂ ਕਰ ਕਰਕੇ ਨੱਚਦਾ ਸੀ। ਪੈਰਾਂ ਦੀ ਚਾਲ ਤਾਲਮਈ ਕਰ ਕਰਕੇ ਨੱਚਦਾ ਸੀ ਤੇ ਮਨ ਵਿੱਚ ਉੱਚੇ ਆਨੰਦ ਵਿੱਚ ਮਸਤ ਹੋਇਆ ਸੀ। ਉਸ ਦੇ ਤਪ ਦੇ ਪ੍ਰਭਾਵ ਕਾਰਨ ਸਾਰਾ ਜਗ ਹੀ ਬੜੇ ਉਤਸ਼ਾਹ ਨਾਲ ਨੱਚਣ ਲੱਗ ਗਿਆ। ਸਾਰੇ ਆਪਣਾ ਕਾਰ ਵਿਹਾਰ ਭੁੱਲ ਗਏ। ਜਗਤ ਦੇ ਸਾਰੇ ਲੋਕ ਅੰਗ ਸਵਾਰ ਕੇ ਨੱਚਦੇ ਸਨ। ਇਸ ਪ੍ਰਕਾਰ ਦੀ ਅਨੀਤੀ ਵੇਖ ਕੇ ਦੇਵਤੇ ਬਹੁਤ ਦੁਖੀ ਹੋਏ। ਸਾਰੇ ਹੀ ਸ਼ਿਵ ਜੀ ਦੀ ਸ਼ਰਨ ਵਿੱਚ ਗਏ। ਕਹਿਣ ਲੱਗੇ, ਹੇ ਸ਼ਿਵ ਜੀ ਮਹਾਰਾਜ, ਜਗ ਨੂੰ ਵੇਖ ਕੇ ਕਿਰਪਾ ਕਰੋ। ਸਾਰੇ ਆਪਣੀ ਸੁੱਧ ਬੁੱਧ ਭੁੱਲ ਗਏ ਹਨ ਤੇ ਸਾਰੇ ਨੱਚਣ ਲੱਗ ਗਏ ਹਨ। ਰਿਸ਼ੀ ਦੇ ਵਿਸ਼ਾਲ ਪ੍ਰਭਾਵ ਕਾਰਨ ਉਹ ਨੱਚਣ ਤੋਂ ਨਹੀਂ ਹਟ ਰਹੇ ਹਨ। ਹੁਣ ਆਪ ਹੀ ਕੋਈ ਉਪਾਅ ਕਰੋ ਜਿਸ ਕਾਰਨ ਜਗਤ ਵਿੱਚ ਸਥਿਰਤਾ ਆ ਸਕੇ। ਜਦ ਸ਼ਿਵ ਜੀ ਨੇ ਦੇਵਤਿਆਂ ਦੀ ਮਹਾਨ ਬੇਨਤੀ ਸੁਣੀ, ਤਦ ਸ਼ਿਵ ਜੀ ਨੇ ਵਿਚਾਰ ਕਰਕੇ ਅਤੇ ਮੁਨੀ ਦੇ ਮਨ ਦਾ ਉਤਸ਼ਾਹ ਦੇਖ ਕੇ ਉਸ ਨੂੰ ਦੂਰ ਕਰਨ ਵਾਸਤੇ ਚਿੱਤ ਵਿੱਚ ਚਾਹਿਆ। ਸ਼ਿਵ ਜੀ ਨੇ ਹੋਰ ਭੇਸ ਪਹਿਨ ਲਿਆ ਅਤੇ ਉੱਥੇ ਆ ਗਿਆ ਜਿੱਥੇ ਮੁਨੀਆਂ ਦਾ ਈਸ਼ਵਰ ਭਾਵ ਮੰਕਣ ਮੁਨੀ ਨੱਚ ਰਿਹਾ ਸੀ। ਮੁਨੀ ਦੇ ਨੇੜੇ ਜਾ ਕੇ ਉਸਨੇ ਪੁੱਛਿਆ, ਤੂੰ ਕਿਉਂ ਨੱਚ ਰਿਹਾ ਹੈ? ਤੂੰ ਆਪਣੇ ਚਿੱਤ ਵਿੱਚ ਕੀ ਸਮਝਿਆ ਹੈ? ਕਿਸ ਆਸ਼ਾ ਕਰਕੇ ਤੇਰਾ ਮਨ ਇਸ ਤਰ੍ਹਾਂ ਦਾ ਹੋਇਆ ਹੈ ਜਿਸ ਕਰਕੇ ਤੂੰ ਲਗਾਤਾਰ ਨੱਚ ਰਿਹਾ ਹੈ? ਇਹ ਸੁਣ ਕੇ ਮੰਕਨ ਰਿਸ਼ੀ ਨੇ ਕਿਹਾ, ਮੈਂ ਇਸ ਥਾਂ ਮਹਾਨ ਤਪ ਕੀਤਾ ਹੈ। ਇੱਕ ਦਿਨ ਮੇਰੀ ਉਂਗਲੀ ਨੂੰ ਚੀਰ ਆ ਗਿਆ। ਉਂਗਲੀ ਵਿੱਚੋਂ ਹਰੇ ਪੱਤੇ ਦੇ ਰਸ ਵਰਗਾ ਪਾਣੀ ਨਿਕਲਿਆ। ਮੈਂ ਵੇਖ ਲਿਆ ਕਿ ਮੇਰੇ ਸਰੀਰ ਵਿੱਚ ਖੂਨ ਵੀ ਨਹੀਂ ਰਿਹਾ ਹੈ। ਇਸ ਕਰਕੇ ਮੈਨੂੰ ਅਪਾਰ ਖੁਸ਼ੀ ਹੋਈ ਹੈ। ਇਹ ਖੁਸ਼ੀ ਮੇਰੇ ਚਿੱਤ ਵਿੱਚ ਸਮਾਉਂਦੀ ਨਹੀਂ। ਇਹ ਵੇਖ ਕੇ ਜੀ ਕਰਦਾ ਹੈ ਕਿ ਮੈਂ ਨੱਚਦਾ ਰਹਾਂ। ਇਹ ਸੁਣ ਕੇ ਸ਼ਿਵ ਜੀ ਨੇ ਆਪਣੀ ਉਂਗਲੀ ਨੂੰ ਚੀਰ ਦਿੱਤਾ। ਉਸ ਵਿੱਚੋਂ ਭਸਮ ਨਿਕਲੀ ਜਿਹੜੀ ਮੁਨੀ ਦੇ ਨੇੜੇ ਡਿੱਗ ਪਈ। ਕਿਹਾ, ਵੇਖੋ, ਤਪ ਇਸ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਮੈਂ ਹੁਣ ਤੁਹਾਨੂੰ ਵਿਖਾਇਆ ਹੈ। ਮੇਰੇ ਸਰੀਰ ਵਿੱਚ ਪਾਣੀ ਵਰਗਾ ਰਸ ਵੀ ਨਹੀਂ ਰਿਹਾ। ਹੋਰ ਕੋਈ ਅੰਸ਼ ਮੇਰੇ ਤਨ ਵਿੱਚ ਨਹੀਂ ਰਿਹਾ। ਵਣ ਵਿੱਚ ਸਦਾ ਭਸਮ ਹੀ ਪੀਂਦਾ ਰਿਹਾ ਹਾਂ। ਇਸ ਲਈ ਮੇਰੇ ਸਾਰੇ ਸਰੀਰ ਵਿੱਚ ਭਸਮ ਹੀ ਭਸਮ ਹੈ। ਭਸਮ ਤੋਂ ਬਗੈਰ ਕਿਤੇ ਵੀ ਖੂਨ ਨਹੀਂ ਹੈ। ਤਦ ਵੀ ਮੈਨੂੰ ਅਜਿਹੀ ਖੁਸ਼ੀ ਨਹੀਂ ਹੋਈ ਹੈ ਜਿਸ ਤਰ੍ਹਾਂ ਤੂੰ ਵੇਖ ਕੇ ਹਿਰਦੇ ਵਿੱਚ ਇੰਨਾ ਘਮੰਡ ਕੀਤਾ ਹੈ। ਜਦ ਸ਼ਿਵ ਜੀ ਦੇ ਬਚਨ ਸੁਣੇ ਅਤੇ ਅੱਖਾਂ ਨਾਲ ਵੇਖਿਆ ਤਾਂ ਮੁਨੀ ਮੰਕਨ ਨੇ ਆਪਣੇ ਚਿੱਤ ਦੇ ਸਾਰੇ ਚਾਅ ਨੂੰ ਦੂਰ ਕਰ ਦਿੱਤਾ। ਉਸ ਵੇਲੇ ਨੱਚਣੋਂ ਹਟ ਗਿਆ ਅਤੇ ਜੱਗ ਵਿੱਚ ਸ਼ਾਂਤੀ ਹੋ ਗਈ। ਇਸ ਤਰ੍ਹਾਂ ਦੇ ਹੀ ਮੰਕਨ ਮੁਨੀ ਦੇ ਸੰਗੀ ਸਾਥੀ ਵੀ ਹੋਏ ਹਨ। ਉਹਨਾਂ ਦੇ ਇਸ ਥਾਂ ਤਪ ਕਰਨ ਨਾਲ ਮਨ ਵਿੱਚ ਇਹ ਜਾਣ ਕੇ ਕਿ ਇਹ ਅਸਥਾਨ ਜ਼ਿਆਦਾ ਪਵਿੱਤਰ ਹੋ ਗਿਆ ਹੈ, ਜਿਹੜਾ ਵੀ ਇੱਥੇ ਇਸ਼ਨਾਨ ਕਰਦਾ ਹੈ ਪਵਿੱਤਰ ਹੋ ਜਾਂਦਾ ਹੈ। ਇਸ ਪ੍ਰਕਾਰ ਸਾਰਾ ਪ੍ਰਸੰਗ ਸ਼ੁਭ ਰੀਤੀ ਅਨੁਸਾਰ ਸੁਣ ਕੇ ਸੰਗਤ ਬਹੁਤ ਪ੍ਰਸੰਨ ਹੋਈ ਤੇ ਗੁਰੂ ਜੀ ਨੂੰ ਬੰਦਨਾ ਕਰਕੇ ਸਾਰੇ ਉਸ ਸਮੇਂ ਸਰਸਵਤੀ ਵਿੱਚ ਇਸ਼ਨਾਨ ਕਰਨ ਲੱਗ ਗਏ। ਸ਼੍ਰੀ ਗੁਰੂ ਅਮਰਦਾਸ ਜੀ ਨੇ ਵੀ ਇਸ਼ਨਾਨ ਕੀਤਾ ਅਤੇ ਜਿਹੜੇ ਬ੍ਰਾਹਮਣ ਆ ਕੇ ਮਿਲੇ ਉਹਨਾਂ ਨੂੰ ਦਾਨ ਦਿੱਤਾ। ਦੁਖੀ ਅਤੇ ਗਰੀਬਾਂ ਨੂੰ ਦਾਨ ਦੇਣਾ ਗੁਰਮਤ ਅਨੁਸਾਰ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਰੇ ਗੁਰੂ ਸਾਹਿਬਾਨਾਂ ਨੇ ਹੀ ਗਰੀਬਾਂ ਨੂੰ ਦਾਨ ਦੇਣ ਦਾ ਮਹਾਤਮ ਦੱਸਿਆ ਹੈ ਅਤੇ ਭੁੱਖਿਆਂ ਅਤੇ ਗਰੀਬਾਂ ਨੂੰ ਲੰਗਰ ਦੇ ਰੂਪ ਵਿੱਚ ਭੋਜਨ ਛਕਾਉਣ ਦੀ ਪ੍ਰਥਾ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਹੈ। ਗੁਰੂ ਜੀ ਨੇ ਇੱਕ ਰਾਤ ਉਸ ਥਾਂ ਬਤੀਤ ਕੀਤੀ। ਸਵੇਰੇ ਉੱਠ ਕੇ ਕੀਰਤਨ ਦਾ ਗਾਇਨ ਕਰਨ ਲੱਗੇ। ਇਸ਼ਨਾਨ ਕਰਕੇ
ਮਨ ਵਿੱਚ ਬਹੁਤ ਸੁੱਖ ਪ੍ਰਾਪਤ ਕੀਤਾ। ਫਿਰ ਉਸ ਸਥਾਨ ਤੋਂ ਕੂਚ ਕਰਕੇ ਅੱਗੇ ਚੱਲ ਪਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।